नमस्कार प्यारे बच्चों, स्वागत है ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਪ੍ਰੈਪਰੇਸ਼ਨ ਤੇ ਅੱਜ ਪਿਆਰੇ ਬੱਚਿਓ ਆਪਾਂ ਪੜਾਂਗੇ 12ਵੀਂ ਕਲਾਸ ਦੇ ਵਿੱਚ ਅਰਥਸ਼ਾਸਤਰ ਤੇ ਦਵਿੰਦਰਾ ਜਿਹੜਾ 3 in 1 ਹੈ ਉਹਦਾ ਪੇਪਰ ਨੰਬਰ 2 ਅੱਜ ਆਪਾਂ ਸੋਲਵ ਕਰਾਂਗੇ। ਹਾਂਜੀ ਚਲਦੇ ਹਾਂ ਜੀ ਅੱਜ ਦੇ ਆਪਣੇ ਪਹਿਲੇ ਸਵਾਲ ਤੇ। ਹਾਂਜੀ ਜਿਹੜਾ ਪੇਪਰ ਹੈ ਤੁਹਾਨੂੰ ਮੈਂ ਇੱਥੇ ਸਕਰੀਨ ਤੇ ਲਗਾ ਦਿੱਤਾ ਹੈ। ਹਾਂਜੀ ਪਹਿਲਾ ਸਵਾਲ ਹੈ ਆਪਾਂ ਨੂੰ ਜਿਹੜਾ ਪੁੱਛਿਆ ਗਿਆ ਹੈ ਕਿ ਉਹ ਵਸਤਾਂ ਜੋ ਮਨੁੱਖ ਦੀਆਂ ਲੋੜਾਂ ਨੂੰ ਸਿੱਧੇ ਤੌਰ ਤੇ ਸੰਤੁਸ਼ਟ ਕਰਦੀਆਂ ਹਨ ਉਹਨਾਂ ਵਸਤਾਂ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ ਜਿਹੜੀਆਂ ਵਸਤੂਆਂ ਸਿੱਧੇ ਰੂਪ ਵਿੱਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਉਹਨਾਂ ਵਸਤਾਂ ਨੂੰ ਉਪਭੋਗ ਵਸਤੂਆਂ ਕਿਹਾ ਜਾਂਦਾ ਹੈ। ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਬਣੇਗਾ। ਹਾਂਜੀ ਸਵਾਲ ਨੰਬਰ 2 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਹਸਤਾਂਤਰਨ ਭੁਗਤਾਨ ਨਹੀਂ ਹੈ। ਹਾਂਜੀ ਟ੍ਰਾਂਸਫਰ ਪੇਮੈਂਟ ਦੀ ਗੱਲ ਹੋ ਰਹੀ ਹੈ ਇਹ, ਠੀਕ ਹੈ। ਟ੍ਰਾਂਸਫਰ ਪੇਮੈਂਟ ਕਿਹੜੀਆਂ ਹੁੰਦੀਆਂ ਪਹਿਲਾਂ ਆਪਾਂ ਇਹ ਚੈੱਕ ਕਰ ਲਈਏ। ਹਾਂਜੀ ਉਹ ਸਾਰੀਆਂ ਪੇਮੈਂਟਸ ਜਿਹੜੀਆਂ ਵਨ ਸਾਈਡਡ ਹੁੰਦੀਆਂ, ਕੀ ਹੁੰਦੀਆਂ ਇਹ ਵਨ ਸਾਈਡਡ ਹੁੰਦੀਆਂ, ਇਹ ਹਮੇਸ਼ਾ ਇੱਕ ਤਰਫਾ ਭੁਗਤਾਨ ਹੁੰਦੇ ਆ। ਜਿਵੇਂ ਦੇਖੋ ਵੀ ਇੱਕ ਬੰਦੇ ਨੇ ਬਿਨਾਂ ਕੰਮ ਕੀਤੇ ਪੈਸੇ ਪ੍ਰਾਪਤ ਕਰ ਲਏ ਉਹਨੂੰ ਕਹਾਂਗੇ ਟ੍ਰਾਂਸਫਰ ਪੇਮੈਂਟ। ਹਾਂਜੀ ਜਿਵੇਂ ਆਪਸ਼ਨ ਨੰਬਰ ਏ ਦੀ ਗੱਲ ਕਰੀਏ ਤਾਂ ਪੈਨਸ਼ਨ, ਠੀਕ ਹੈ ਜੀ। ਪੈਨਸ਼ਨ ਹੈ ਜਿਹੜਾ ਉਹ ਬਿਨਾਂ ਕਿਸੇ ਕੰਮ ਕੀਤੇ ਬੁਢਾਪਾ ਪੈਨਸ਼ਨ, ਅੰਗਹੀਨ ਪੈਨਸ਼ਨ, ਵਿਧਵਾ ਪੈਨਸ਼ਨ ਹੈ ਜਿਹੜੀ ਸਰਕਾਰ ਦਾ ਬਿਨਾਂ ਕੰਮ ਕੀਤੇ ਉਹਨੂੰ ਮਿਲਦੀਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਰਾਸ਼ਟਰੀ ਕਰਜ਼ ਤੇ ਵਿਆਜ, ਇਹ ਵੀ ਇਹ ਵਨ ਸਾਈਡਡ ਪੇਮੈਂਟ ਦੇ ਵਿੱਚ ਕਾਊਂਟ ਹੁੰਦਾ ਹੈ। ਗ੍ਰਹਿਣੀ ਨੂੰ ਭੁਗਤਾਨ, ਘਰ ਵਾਲੀ ਨੂੰ ਦਿੱਤਾ ਗਿਆ ਕੋਈ ਵੀ ਪੇਮੈਂਟ ਹੈ ਉਹ ਵੀ ਵਨ ਸਾਈਡਡ ਹੁੰਦੀ ਹੈ। ਜਦਕਿ ਘਰੇਲੂ ਨੌਕਰ ਨੂੰ ਕੀਤਾ ਗਿਆ ਭੁਗਤਾਨ ਇਹ ਟੂ ਸਾਈਡਡ ਹੁੰਦਾ ਹੈ, ਠੀਕ ਹੈ। ਇਹ ਟੂ ਸਾਈਡਡ ਕਿਵੇਂ ਹੋ ਗਿਆ? ਪਹਿਲਾਂ ਘਰੇਲੂ ਆਪਣਾ ਘਰ ਦਾ ਨੌਕਰ ਕੰਮ ਕਰੇਗਾ, ਫਿਰ ਮਹੀਨੇ ਬਾਅਦ ਉਸ ਨੂੰ ਆਪਾਂ ਉਹਦੀ ਵੇਤਨ ਤਨਖਾਹ ਦੇਵਾਂਗੇ, ਠੀਕ ਹੈ। ਫਿਰ ਇਹ ਟੂ ਸਾਈਡਡ ਹੋ ਗਿਆ ਵੀ ਉਹਨੇ ਕੁਝ ਮਿਹਨਤ ਕੀਤੀ ਬਦਲੇ ਵਿੱਚ ਆਪਣੇ ਲਈ ਤੇ ਆਪਾਂ ਬਦਲੇ ਵਿੱਚ ਉਹਨੂੰ ਕੁਝ ਪੇਮੈਂਟ ਕਰ ਦਿੱਤੀ। ਫਿਰ ਇਹ ਆਪਸ਼ਨ ਨੰਬਰ ਜਿਹੜਾ ਡੀ ਹੈ ਇਹ ਟ੍ਰਾਂਸਫਰ ਪੇਮੈਂਟ ਨਹੀਂ ਹੈਗੀ, ਠੀਕ ਹੈ, ਕਿਉਂਕਿ ਟ੍ਰਾਂਸਫਰ ਪੇਮੈਂਟ ਹੁੰਦੀ ਹੈ ਵਨ ਸਾਈਡਡ, ਇਹ ਧਿਆਨ ਰੱਖ ਲੈਣਾ। ਇਸ ਸਵਾਲ ਦਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ। ਸਵਾਲ ਨੰਬਰ 3 ਦੀ ਗੱਲ ਕਰਦੇ ਹਾਂ ਜੇ ਆਪਾਂ। ਸਵਾਲ ਨੰਬਰ 3 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਉਹ ਨਿਵੇਸ਼ ਜੋ ਇੱਕ ਦੇਸ਼ ਦੇ ਲੋਕਾਂ ਦੁਆਰਾ ਨਿਸ਼ਚਿਤ ਸਮੇਂ ਵਿੱਚ ਕੀਤਾ ਜਾਂਦਾ ਹੈ ਉਸ ਨੂੰ ਵਾਸਤਵਿਕ ਨਿਵੇਸ਼ ਕਿਹਾ ਜਾਂਦਾ ਹੈ। ਹਾਂਜੀ ਬਿਲਕੁਲ ਸਹੀ ਹੈ ਜੀ, ਕਿਉਂਕਿ ਇਹ ਰੀਅਲ ਇਨਵੈਸਟਮੈਂਟ ਹੀ ਹੁੰਦਾ ਹੈ। ਜਦੋਂ ਰੀਅਲ ਇਨਵੈਸਟਮੈਂਟ ਹੁੰਦਾ ਦੋ ਘਟਨਾਵਾਂ ਜ਼ਰੂਰ ਘਟਦੀਆਂ, ਇੱਕ ਤਾਂ ਆਊਟਪੁੱਟ ਪ੍ਰੋਡਕਸ਼ਨ ਉਹਦੇ ਵਿੱਚ ਵਾਧਾ ਹੋਏਗਾ, ਦੂਸਰਾ ਰੋਜ਼ਗਾਰ ਦੇ ਵਿੱਚ ਵਾਧਾ ਹੋਏਗਾ। ਉਸੇ ਨੂੰ ਹੀ ਆਪਾਂ ਵਾਸਤਵਿਕ ਨਿਵੇਸ਼ ਜਾਂ ਅਸਲ ਨਿਵੇਸ਼ ਕਹਿੰਦੇ ਆ, ਠੀਕ ਹੈ ਜੀ। ਅਦਰਵਾਈਜ਼ ਟ੍ਰਾਂਸਫਰ ਆਫ ਓਨਰਸ਼ਿਪ ਹੁੰਦੀ ਹੈ, ਮਲਕੀਅਤ ਦਾ ਤਬਾਦਲਾ ਹੁੰਦਾ ਹੈ ਵੀ ਪਹਿਲਾਂ ਏ ਕੰਪਨੀ ਦਾ ਮਾਲਕ ਸੀ ਉਹਨੇ ਵੇਚਤੀ, ਬਾਅਦ ਵਿੱਚ ਬੀ ਬਣ ਗਿਆ ਕੰਪਨੀ ਦਾ ਮਾਲਕ। ਕੰਪਨੀ ਦੇ ਮਾਲਕ ਤਬਦੀਲ ਹੋਣ ਦੇ ਨਾਲ ਨਾ ਤਾਂ ਪ੍ਰੋਡਕਸ਼ਨ ਵੱਧਦੀ ਹੈ ਨਾ ਹੀ ਨਵੇਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਇਹਨੂੰ ਆਪਾਂ ਫਾਈਨੈਂਸ਼ੀਅਲ ਇਨਵੈਸਟਮੈਂਟ ਕਹਿ ਦਿੰਦੇ ਹਾਂ, ਵਿੱਤੀ ਨਿਵੇਸ਼ ਕਹਿ ਦਿੰਦੇ ਹਾਂ, ਇਹ ਵੀ ਧਿਆਨ 'ਚ ਰੱਖਣਾ ਤੁਸੀਂ। ਸਵਾਲ ਨੰਬਰ ਹੈ ਜੀ ਆਪਣੇ ਕੋਲ 4। ਸਵਾਲ ਨੰਬਰ 4 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਪਰੰਪਰਾਵਾਦੀ ਜਿਹੜੇ ਟ੍ਰੈਡੀਸ਼ਨਲ ਅਰਥਸ਼ਾਸਤਰੀ ਹੈ ਆਮ ਤੌਰ ਤੇ ਉਹਨਾਂ ਅਨੁਸਾਰ ਇਸ ਪ੍ਰਕਾਰ ਦੀ ਅਰਥ ਵਿਵਸਥਾ ਪਾਈ ਜਾਂਦੀ ਹੈ। ਹਾਂਜੀ ਉਹ ਫੁੱਲ ਇੰਪਲਾਇਮੈਂਟ, ਪੂਰਨ ਰੋਜ਼ਗਾਰ ਦੀ ਉਹ ਗੱਲ ਕਰਦੇ ਆ। ਉਹ ਕਹਿੰਦੇ ਆ ਫੁੱਲ ਇੰਪਲਾਇਮੈਂਟ ਇਜ਼ ਦੀ ਜਨਰਲ ਕੰਡੀਸ਼ਨ ਆਫ ਐਨ ਇਕੋਨਮੀ, ਕਿਸੇ ਵੀ ਅਰਥ ਵਿਵਸਥਾ ਦੀ ਸਧਾਰਨ ਹਾਲਤ ਹੈ ਪੂਰਨ ਰੋਜ਼ਗਾਰ, ਠੀਕ ਹੈ। ਦੂਸਰੇ ਸ਼ਬਦਾਂ ਦੇ ਵਿੱਚ ਕਹਿ ਲਓ ਵੀ ਇਹ ਅਰਥਸ਼ਾਸਤਰੀ ਜਿਵੇਂ ਮਾਲਥਸ, ਰਿਕਾਰਡੋ, ਪਿਕੂ, JBC ਇਹ ਸਾਰੇ ਕਿਹੜੇ ਅਰਥਸ਼ਾਸਤਰੀ ਹੈ ਪਰੰਪਰਾਵਾਦੀ। ਇਹ ਕਹਿੰਦੇ ਆ ਵੀ ਅਰਥ ਵਿਵਸਥਾ ਦੇ ਵਿੱਚ ਬੇਰੋਜ਼ਗਾਰੀ ਨਹੀਂ ਪਾਈ ਜਾਂਦੀ, ਜੇ ਪਾਈ ਜਾਂਦੀ ਹੈ ਤਾਂ ਇਹ ਅਲਪਕਾਲੀਨ ਧਾਰਨਾ ਹੈ, ਠੀਕ ਹੈ। ਥੋੜੇ ਸਮੇਂ ਬਾਅਦ ਫਿਰ ਅਰਥ ਵਿਵਸਥਾ ਦੇ ਵਿੱਚ ਅਜਿਹੇ ਚੇਂਜਸ ਆਉਣਗੇ ਜਿਹਦੇ ਨਾਲ ਬੇਰੋਜ਼ਗਾਰੀ ਖਤਮ ਹੋ ਜਾਏਗੀ, ਪੂਰਨ ਰੋਜ਼ਗਾਰ ਪ੍ਰਾਪਤ ਹੋ ਜਾਏਗਾ। ਸਵਾਲ ਨੰਬਰ 5 ਦੀ ਗੱਲ ਕਰਦੇ ਹਾਂ ਜੀ ਆਪਾਂ। ਸਵਾਲ ਨੰਬਰ 5 ਦੇ ਵਿੱਚ ਕੀ ਹੈ ਘੱਟ ਮੰਗ ਕਿਹੜੇ ਪੱਧਰ ਤੋਂ ਪਹਿਲਾਂ ਹੀ ਆ ਜਾਂਦੀ ਹੈ। ਇਹਨੂੰ ਮੈਂ ਥੋੜਾ ਡਾਇਗਰਾਮ ਦੇ ਨਾਲ ਤੁਹਾਨੂੰ ਸਮਝਾਉਣਾ ਇੱਥੇ, ਠੀਕ ਹੈ ਜੀ। ਇੱਥੇ ਆਪਾਂ ਇਨਕਮ ਹੁੰਦੀ ਹੈ ਆਪਣੇ ਕੋਲ, ਠੀਕ ਹੈ, ਇੰਪਲਾਇਮੈਂਟ ਹੁੰਦਾ ਹੈ, ਆਊਟਪੁੱਟ ਉਤਪਾਦਨ, ਰੋਜ਼ਗਾਰ ਤੇ ਆਮਦਨ, ਇਹਨੂੰ ਆਪਾਂ OX ਤੇ ਡਿਨੋਟ ਕਰਦੇ ਹਾਂ ਤੇ OY ਤੇ ਆਪਾਂ ਇੱਥੇ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਡਿਨੋਟ ਕਰਦੇ ਹਾਂ, ਠੀਕ ਹੈ ਜੀ। ਜਿਹੜਾ ਐਕਚੁਅਲ ਦੇ ਵਿੱਚ ਇਹ ਐਗਰੀਗੇਟ ਜਿਹੜਾ ਸਪਲਾਈ ਹੈ ਕਰ ਉਹ ਇਸ ਤਰੀਕੇ ਦਾ ਬਣਦਾ ਹੈ, ਠੀਕ ਹੈ ਜੀ। ਜਿਹੜਾ ਇਸ ਪੁਆਇੰਟ ਦੇ ਵਿੱਚੋਂ ਨਿਕਲਿਆ ਆ ਇਕੁਇਲਿਬ੍ਰਮ ਪੁਆਇੰਟ ਹੋ ਗਿਆ। ਇਕੁਇਲਿਬ੍ਰਮ ਪੁਆਇੰਟ ਹੁੰਦਾ ਹੈ ਜਿੱਥੇ E ਪੁਆਇੰਟ ਕਦੋਂ ਪ੍ਰਾਪਤ ਹੁੰਦਾ ਸੰਤੁਲਨ ਬਿੰਦੂ ਜਦੋਂ ਐਗਰੀਗੇਟ ਸਪਲਾਈ ਤੇ ਐਗਰੀਗੇਟ ਡਿਮਾਂਡ ਦੋਨੋਂ ਬਰਾਬਰ ਹੋ ਜਾਣ। ਕਲੀਅਰ ਹੋ ਗਿਆ। ਹਾਂਜੀ ਉਹ ਇਹ ਕਹਿੰਦੇ ਆਪਾਂ ਨੂੰ ਪੁੱਛਿਆ ਗਿਆ ਸਵਾਲ ਘੱਟ ਮੰਗ ਕਦੋਂ ਹੁੰਦੀ ਹੈ। ਸਭ ਤੋਂ ਪਹਿਲਾਂ ਇਹ ਦੇਖ ਲੈਂਦੇ ਆ ਘੱਟ ਮੰਗ ਉਦੋਂ ਹੋਏਗੀ ਜਦੋਂ ਐਗਰੀਗੇਟ ਡਿਮਾਂਡ ਘਟ ਜਾਏਗੀ ਕਿਹਦੇ ਨਾਲੋਂ, ਐਗਰੀਗੇਟ ਸਪਲਾਈ ਨਾਲੋਂ। ਤਾਂ ਅਜਿਹੀ ਸਥਿਤੀ ਦੇ ਵਿੱਚ ਕੀ ਹੋਏਗਾ ਜਿਹੜਾ ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ ਆ ਡੋਟਡ ਲਾਈਨ, ਠੀਕ ਹੈ ਜੀ, ਐਗਰੀਗੇਟ AD1 ਆ ਜਿਹੜਾ ਸੰਤੁਲਨ ਦਾ ਬਿੰਦੂ ਹੈ E1 ਇਹਦੇ ਵਿੱਚ ਇੱਥੇ ਇਸ ਸਥਿਤੀ ਦੇ ਵਿੱਚ ਕੀ ਹੈ, ਇਸ ਸਥਿਤੀ ਦੇ ਵਿੱਚ ਆ ਸਥਿਤੀ ਦੇਖਣੀ ਆਪਾਂ ਆਹ ਸਥਿਤੀ, ਠੀਕ ਹੈ, ਆ ਸਥਿਤੀ, ਠੀਕ ਹੈ, ਜਾਂ ਆ ਸਥਿਤੀ ਕਹਿ ਲਓ। ਆ ਸਥਿਤੀ ਜਿਹੜੀ ਹੈਗੀ ਹੈ ਜਾਂ ਆ ਸਥਿਤੀ ਹੈਗੀ ਹੈ ਇਹ ਜਿਹੜੀ ਹੈਗੀ ਹੈ ਘੱਟ ਮੰਗ ਨੂੰ ਡਿਨੋਟ ਕਰਦੀ ਹੈ। ਜਿਹੜਾ ਘੱਟ ਮੰਗ ਹੈ ਫਿਰ ਇਹ ਪੂਰਨ ਰੋਜ਼ਗਾਰ ਸੰਤੁਲਨ ਬਿੰਦੂ ਤੋਂ ਪਹਿਲਾਂ ਹੀ ਆ ਜਾਂਦਾ ਹੈ, ਠੀਕ ਹੈ। ਉਹਨਾਂ ਨੇ ਇਹੀ ਪੁੱਛਿਆ ਸੀ ਪੂਰਨ ਰੋਜ਼ਗਾਰ ਸੰਤੁਲਨ ਤੋਂ ਪਹਿਲਾਂ ਆਏਗਾ ਜਾਂ ਬਾਅਦ ਵਿੱਚ ਆਏਗਾ, ਤੇ ਪੂਰਨ ਰੋਜ਼ਗਾਰ ਸੰਤੁਲਨ ਤੋਂ ਪਹਿਲਾਂ ਆਏਗਾ। ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਏ। ਜਿਹੜੀ ਘੱਟ ਮੰਗ ਹੈ ਇਹ ਪੂਰਨ ਰੋਜ਼ਗਾਰ ਤੋਂ ਪਹਿਲਾਂ ਆਏਗੀ ਤੇ ਜਿਹੜੀ ਵੱਧ ਮੰਗ ਹੈ ਉਹ ਪੂਰਨ ਰੋਜ਼ਗਾਰ ਤੋਂ ਬਾਅਦ ਵਿੱਚ ਆਏਗੀ, ਠੀਕ ਹੈ ਜੀ। ਸਵਾਲ ਨੰਬਰ ਆਪਣੇ ਕੋਲ ਹੈ ਜੀ
6 ਨੰਬਰ ਸਵਾਲ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਜਿਸ ਧਾਤੂ ਦੀ ਮੁੰਦਰਾ ਬਣੀ ਹੁੰਦੀ ਹੈ ਉਸ ਧਾਤੂ ਦੇ ਮੁੱਲ ਨੂੰ ਕੀ ਆਖਦੇ ਹਾਂ। ਇਹ ਕਮੋਡਿਟੀ ਵੈਲਿਊ ਹੁੰਦੀ ਹੈ, ਵਸਤੂ ਮੁੱਲ ਕਵਾਂਗੇ ਇਹਨੂੰ। ਕੀ ਕਵਾਂਗੇ ਜੀ ਆਪਾਂ? ਵਸਤੂ ਮੁੱਲ। ਠੀਕ ਹੈ, ਜੇ ਸੋਨੇ ਦੀ ਬਣੀ ਹੈ ਤਾਂ ਸੋਨੇ ਦਾ ਜਦੋਂ ਆਪਾਂ ਵਜਨ ਕਰਾਵਾਂਗੇ ਤਾਂ ਉਹ ਜਿੰਨੇ ਦਾ ਉਹ ਸੋਨਾ ਹੋਏਗਾ ਸੁਨਿਆਰਾ ਦੱਸੂਗਾ ਆਪਾਂ ਨੂੰ, ਉਹ ਉਸ ਦਾ ਵਸਤੂ ਮੁੱਲ ਹੋਏਗਾ। ਤੇ ਜਿਹੜਾ ਉਹ ਸੋਨੇ ਦਾ ਸਿੱਕਾ ਬਣਿਆ ਉਹਦੇ ਉੱਪਰ ਜੇ ਮੰਨ ਲਓ $100 ਲਿਖਿਆ ਹੈ ਤਾਂ $100 ਉਹ ਮਨੀ ਵੈਲਿਊ ਹੁੰਦੀ ਹੈ। ਠੀਕ ਹੈ, ਦੋ ਚੀਜ਼ਾਂ ਹੁੰਦੀਆਂ, ਇੱਕ ਕਮੋਡਿਟੀ ਵੈਲਿਊ ਜਿਹਨੂੰ ਵਸਤੂ ਮੁੱਲ ਕਹਿ ਦਿੰਦੇ ਆ, ਜਿਹੜੀ ਧਾਤ ਬਣੀ ਹੁੰਦੀ ਹੈ ਉਸ ਨੂੰ ਰਿਪਰੈਜ਼ੈਂਟ ਕਰਦਾ ਹੈ, ਤੇ ਮਨੀ ਵੈਲਿਊ ਜਿਹੜਾ ਉਸ ਸਿੱਕੇ ਉੱਪਰ ਛਪਿਆ ਹੋਇਆ ਉਹ ਮਨੀ ਵੈਲਿਊ ਹੁੰਦੀ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ। ਇਸ ਸਵਾਲ ਦਾ ਰਾਈਟ ਆਂਸਰ ਬਣੇਗਾ ਆਪਸ਼ਨ ਨੰਬਰ ਸੀ। ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ ਹੈ ਜੀ 7 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਸੰਤੁਲਿਤ ਬਜਟ ਤੋਂ ਕੀ ਭਾਵ ਹੈ। ਸੰਤੁਲਿਤ ਬਜਟ ਅਜਿਹਾ ਬਜਟ ਜਿਹਦੇ ਵਿੱਚ ਸਰਕਾਰ ਦਾ ਖਰਚ ਤੇ ਸਰਕਾਰ ਦੀਆਂ ਪ੍ਰਾਪਤੀਆਂ ਆਪਸ ਵਿੱਚ ਬਰਾਬਰ ਹੋ ਜਾਣ। ਤੇ ਇਸ ਸਵਾਲ ਦਾ ਰਾਈਟ ਆਂਸਰ ਬਣੇਗਾ ਜੀ ਆਪਸ਼ਨ ਨੰਬਰ ਏ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 8 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਭੁਗਤਾਨ ਬਾਕੀ ਖਾਤਾ ਕਿਸ ਪ੍ਰਣਾਲੀ ਦਾ ਹੀ ਬਣਾਇਆ ਜਾਂਦਾ ਹੈ। ਇਹ ਜਿਹੜਾ ਖਾਤਾ ਡਬਲ ਐਂਟਰੀ ਸਿਸਟਮ ਦੋਹਰੀ ਗਣਨਾ ਪ੍ਰਣਾਲੀ ਦੁਆਰਾ, ਠੀਕ ਹੈ ਧਿਆਨ ਰੱਖਣਾ ਹੈ, ਦੋਹਰੀ ਗਣਨਾ ਜਿਹੜੀ ਪ੍ਰਣਾਲੀ ਹੈ ਉਸ ਦੁਆਰਾ ਜਿਹੜਾ ਬੈਲੈਂਸ ਆਫ ਪੇਮੈਂਟ ਦਾ ਜਿਹੜਾ ਖਾਤਾ ਤਿਆਰ ਕੀਤਾ ਜਾਂਦਾ ਹੈ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਏ। ਠੀਕ ਹੈ ਜੀ। ਹਾਂਜੀ, ਚੱਲਦੇ ਹਾਂ ਸਵਾਲ ਨੰਬਰ 9 ਤੇ। ਸਵਾਲ ਨੰਬਰ 9 ਦੇ ਵਿੱਚ ਆਪਾਂ ਨੂੰ ਦਿੱਤੀ ਹੋਈ ਹੈ ਮੈਚਿੰਗ। ਹਾਂਜੀ, ਸਭ ਤੋਂ ਪਹਿਲਾਂ ਵਿਅਸ਼ਟੀ ਅਰਥਸ਼ਾਸਤਰ। ਵਿਅਸ਼ਟੀ ਅਰਥਸ਼ਾਸਤਰ ਨੂੰ ਆਪਾਂ ਮੈਚ ਕਰਾਂਗੇ ਛੋਟੀਆਂ ਆਰਥਿਕ ਇਕਾਈਆਂ ਦੇ ਨਾਲ, ਇੱਕ ਦੇ ਨਾਲ ਹੀ ਮੈਚ ਹੋ ਜੋ ਇਹ। ਠੀਕ ਹੈ ਜੀ। ਤੇ ਨੰਬਰ 2 ਤੇ ਹੈ ਸਮਸ਼ਟੀ। ਸਮਸ਼ਟੀ ਦੇ ਵਿੱਚ ਸਮੁੱਚੀ ਅਰਥ ਵਿਵਸਥਾ ਦਾ ਧਿਆਨ ਕੀਤਾ ਜਾਂਦਾ ਹੈ। ਇਹ ਆਪਸ਼ਨ ਨੰਬਰ 4 ਨਾਲ ਮੈਚ ਹੋ ਜਾਊਗਾ। ਆਪਸ਼ਨ ਨੰਬਰ ਸੀ ਦੇ ਵਿੱਚ ਆਪਣੇ ਕੋਲ ਹੈ ਅੰਤਰਰਾਸ਼ਟਰੀ। ਅੰਤਰਰਾਸ਼ਟਰੀ 2 ਜਾਂ 2 ਤੋਂ ਵੱਧ ਦੇਸ਼ਾਂ ਦੇ ਨਾਲ ਜਿਹੜਾ ਵਪਾਰ ਹੁੰਦਾ ਹੈ ਉਹ ਅੰਤਰਰਾਸ਼ਟਰੀ ਵਪਾਰ ਕਹਿ ਦਿੰਦੇ ਆ। ਇਹ 2 ਨਾਲ ਮੈਚ ਹੋ ਜਾਏਗਾ। ਤੇ ਚੌਥੀ ਆਪਸ਼ਨ ਡੀ ਦੇ ਵਿੱਚ ਆਪਾਂ ਨੂੰ ਪੁੱਛਿਆ ਕਲਿਆਣ। ਕਲਿਆਣ ਦਾ ਸੰਬੰਧ ਹੈ ਵੱਧ ਤੋਂ ਵੱਧ ਸੰਤੁਸ਼ਟੀ ਦੇ ਨਾਲ। ਇਹ 3 ਨਾਲ ਮੈਚ ਹੋ ਜਾਏਗਾ। ਇਸ ਤਰੀਕੇ ਨਾਲ ਇਹ ਮੈਚਿੰਗ ਹੋਏਗੀ। ਹਾਂਜੀ, ਸਵਾਲ ਨੰਬਰ ਹੈ ਜੀ ਆਪਣੇ ਕੋਲ 10। ਇਹਦੇ ਵਿੱਚ ਪੁੱਛਿਆ ਗਿਆ ਭਾਰਤ ਵਿੱਚ ਸਥਾਈ ਬੰਦੋਬਸਤ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ਸੀ। ਇਹ 1793 ਦੇ ਵਿੱਚ ਲਾਗੂ ਕੀਤੀ ਸੀ ਲਾਰਡ ਕਾਰਨਵਾਲਿਸ ਨੇ। ਠੀਕ ਹੈ, ਵੀ ਧਿਆਨ ਰੱਖ ਲਿਓ, ਲਾਰਡ ਕਾਰਨਵਾਲਿਸ ਨੇ ਇਹਨੂੰ ਲਾਗੂ ਕੀਤਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਸਵਾਲ ਨੰਬਰ ਆਪਣੇ ਕੋਲ 11। ਹਾਂਜੀ, ਇਹਦੇ ਵਿੱਚ ਆਪਾਂ ਨੂੰ ਕਥਨ 1 ਤੇ ਕਥਨ 2 ਦਿੱਤੇ ਹੈ। ਆਖਰੀ 5 ਸਾਲਾ ਯੋਜਨਾ ਦਾ ਸਮਾਂ 2012 ਤੋਂ 17 ਸੀ। ਬਿਲਕੁਲ ਸਹੀ ਹੈ। ਇਹ 12ਵੀਂ ਯੋਜਨਾ ਸੀ, ਇਹ ਵੀ ਧਿਆਨ ਰੱਖ ਲੈਣਾ ਹੈ। ਇਹਦਾ ਸਮਾਂ ਸੀਗਾ 2012 ਤੋਂ 17 ਤੱਕ। ਠੀਕ ਹੈ ਜੀ। ਨੈਕਸਟ ਆਪਾਂ ਨੂੰ ਪੁੱਛ ਰਿਹਾ ਹੈ ਸਰਕਾਰੀ ਖੇਤਰ ਨੇ ਭਾਰਤ ਦੇ ਆਰਥਿਕ ਨਿਯੋਜਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਇਹ ਵੀ ਬਿਲਕੁਲ ਸਹੀ ਹੈ। ਜਿਹੜਾ ਭਾਰਤ ਦੀ ਜਿਹੜੀ ਇਕਨੋਮਿਕ ਪਲਾਨਿੰਗ ਹੈ ਉਹਦੇ ਵਿੱਚ ਸਰਕਾਰੀ ਖੇਤਰ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਇਹਦਾ ਮਤਲਬ ਕਥਨ 1 ਤੇ ਕਥਨ ਦੋਨੋਂ ਸਹੀ ਹੈ। ਇਸ ਸਵਾਲ ਦਾ ਰਾਈਟ ਆਂਸਰ ਬਣ ਜਾਏਗਾ ਆਪਸ਼ਨ ਨੰਬਰ ਏ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਕੁਐਸਚਨ ਨੰਬਰ ਹੈ ਜੀ 12। ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਨਵੀਂ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ 3 ਸੀਗੀਆਂ ਐਲ, ਪੀ ਤੇ ਜੀ। ਐਲ ਦਾ ਮਤਲਬ ਸੀਗਾ ਆਪਣੇ ਕੋਲ ਲਿਬਰਲਾਈਜੇਸ਼ਨ ਉਦਾਰੀਕਰਨ, ਪ੍ਰਾਈਵੇਟੇਸ਼ਨ। ਪੀ ਦਾ ਮਤਲਬ ਹੈ ਨਿੱਜੀਕਰਨ। ਜੀ ਦਾ ਮਤਲਬ ਗਲੋਬਲਾਈਜੇਸ਼ਨ ਵਿਸ਼ਵੀਕਰਨ। ਤੇ ਇਸ ਸਵਾਲ ਦਾ ਰਾਈਟ ਆਂਸਰ ਬਣ ਜਾਏਗਾ ਉਪਰੋਕਤ ਸਾਰੇ। ਠੀਕ ਹੈ ਜੀ। ਨੈਕਸਟ ਹੈ ਜੀ ਸਵਾਲ ਨੰਬਰ 13। ਸਵਾਲ ਨੰਬਰ 13 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਜੀ ਨਵੀਂ ਆਰਥਿਕ ਨੀਤੀ ਸ਼ੁਰੂ ਹੋਈ। ਜਿਹੜੀ ਨਵੀਂ ਆਰਥਿਕ ਨੀਤੀ ਜੁਲਾਈ 1991 ਦੇ ਵਿੱਚ ਸ਼ੁਰੂ ਹੋਈ ਸੀਗੀ। ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ, ਜੁਲਾਈ 1991 ਦੇ ਵਿੱਚ ਸ਼ੁਰੂ ਹੋਈ। ਉਸ ਸਮੇਂ ਜਿਹੜੇ ਵਿੱਤ ਮੰਤਰੀ ਸੀਗੇ, ਠੀਕ ਹੈ, ਉਹ ਸੀਗੇ ਡਾਕਟਰ ਮਨਮੋਹਨ ਸਿੰਘ, ਜਿਹੜੇ ਬਾਅਦ ਵਿੱਚ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ। ਤੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈ, ਉਸ ਸਮੇਂ ਪ੍ਰਧਾਨ ਮੰਤਰੀ ਸੀ PV ਨਰਸਿਮਹਾ ਰਾਓ। PV ਨਰਸਿਮਹਾ ਰਾਓ। ਠੀਕ ਹੈ, ਇਹ ਧਿਆਨ ਰੱਖ ਲੈਣਾ। ਸਵਾਲ ਨੰਬਰ ਹੈ ਜੀ ਆਪਣੇ ਕੋਲ 14। ਹਾਂਜੀ, ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਟਰੂ ਫਾਲਸ ਜੀਵਨ ਸਿਹਤ ਕਾਰਜਕੁਸ਼ਲਤਾ ਦੇ ਲਈ ਘੱਟੋ ਘੱਟ ਉਪਭੋਗ ਜ਼ਰੂਰਤਾਂ ਦੀ ਪ੍ਰਾਪਤੀ ਦੀ ਯੋਗਤਾ ਨੂੰ ਗਰੀਬੀ ਕਹਿੰਦੇ ਹਾਂ। ਇਹ ਬਿਲਕੁਲ ਸਹੀ ਕਥਨ ਹੈ। ਪਹਿਲਾਂ ਕੀ ਹੁੰਦਾ ਸੀ, ਗਰੀਬੀ ਦਾ ਮਤਲਬ ਹੈ ਸਿਰਫ ਕੁੱਲੀ ਗੁੱਲੀ ਜੁੱਲੀ ਰੋਟੀ ਕੱਪੜਾ ਮਕਾਨ ਪ੍ਰਾਪਤ ਹੋਣ ਦੀ ਯੋਗਤਾ ਨੂੰ ਕਿਹਾ ਜਾਂਦਾ ਸੀ। ਪਰ ਹੁਣ ਇਹ ਥੋੜੀ ਬਰੋਡ ਕਰ ਦਿੱਤੀ ਗਈ ਇਹਦੀ ਕਨਸੈਪਟ ਨੂੰ। ਰੋਟੀ ਕੱਪੜਾ ਮਕਾਨ ਦੇ ਨਾਲ ਨਾਲ ਸਿਹਤ ਤੇ ਸਿੱਖਿਆ, ਠੀਕ ਹੈ, ਇਹਨੂੰ ਵੀ ਸ਼ਾਮਲ ਕੀਤਾ ਗਿਆ। ਇਸ ਸਵਾਲ ਦਾ ਰਾਈਟ ਆਂਸਰ ਇਹ ਸਹੀ ਹੋਏਗਾ ਇਹ ਕਥਨ। ਸਵਾਲ ਨੰਬਰ ਆਪਣੇ ਕੋਲ ਹੈ ਜੀ ਨੈਕਸਟ 15ਵਾਂ। 15 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਭਾਰਤ ਵਿੱਚ ਜੈਵਿਕ ਖੇਤੀ ਦਾ ਕਿਹੜਾ ਲਾਭ ਨਹੀਂ ਹੈ। ਸਿਹਤਮੰਦ ਜ਼ਿੰਦਗੀ। ਜੈਵਿਕ ਖੇਤੀ ਕਿਹੜੀ ਖੇਤੀ ਹੁੰਦੀ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਫਰਟੀਲਾਈਜ਼ਰ, ਪੈਸਟੀਸਾਈਡ, ਰੇ ਸਪਰੇ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਠੀਕ ਹੈ, ਜੇ ਕੀਟਨਾਸ਼ਕਾਂ ਦੀ ਜਗ੍ਹਾ ਤੇ ਨਿੰਮ ਦੀ ਸਪਰੇ ਘੋਲ ਬਣਾ ਕੇ ਕੀਤਾ ਜਾਂਦਾ ਹੈ। ਠੀਕ ਹੈ, ਹਾਂਜੀ, ਇਹ ਸਿਹਤਮੰਦ ਜ਼ਿੰਦਗੀ ਬਿਲਕੁਲ ਸਹੀ ਹੈ। ਵਾਤਾਵਰਨ ਸੁਰੱਖਿਅਤ, ਵਾਤਾਵਰਨ ਵੀ ਸੁਰੱਖਿਅਤ ਰਹੇਗਾ। ਸਵੈ ਨਿਰਭਰਤਾ ਵੀ ਹੋਏਗੀ। ਘੱਟ ਮੰਗ, ਠੀਕ ਹੈ, ਇਹ ਆਪਸ਼ਨ ਨੰਬਰ ਜਿਹੜੀ B ਹੈ ਇਹ ਇਹਦਾ ਲਾਭ ਨਹੀਂ ਹੈ, ਘੱਟ ਮੰਗ। ਠੀਕ ਹੈ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ ਇਹਦਾ 16। ਸਿੱਖਿਆ ਤੇ ਸਿਹਤ ਕਿਹੜੇ ਬੁਨਿਆਦੀ ਢਾਂਚੇ ਹਨ। ਇਹ ਇਨਫਰਾਸਟ੍ਰਕਚਰ 2 ਪ੍ਰਕਾਰ ਦਾ ਹੁੰਦਾ ਹੈ, ਸੋਸ਼ਲ ਜਿਹਨੂੰ ਆਪਾਂ ਸਮਾਜਿਕ ਕਹਿ ਦਿੰਦੇ ਹਾਂ, ਤੇ ਇੱਕ ਹੁੰਦਾ ਇਕਨੋਮਿਕ। ਠੀਕ ਹੈ, ਜਿਹੜੀ ਐਜੂਕੇਸ਼ਨ, ਠੀਕ ਹੈ, ਐਜੂਕੇਸ਼ਨ ਤੇ ਹੈਲਥ,
वो सोशल विच आउंदे आ, बाकी सारे इकनॉमिक विच आए ने। बाकी किहड़े-किहड़े सिंचाई, इरीगेशन, एग्रीकल्चर, इंडस्ट्री, ट्रांसपोर्ट, पावर, ठीक है, ये सारा इकनॉमिक दे विच आएगा। फ्लाईओवर ये सारा इहदे विच आएगा। फिर इस सवाल का जिहड़ा राइट आंसर आ जाएगा समाजिक। सवाल नंबर इहदा आंसर बन जाएगा बी। नैक्सट अपने को सवाल नंबर हैगा जी 17। हाँ जी, सवाल 17 नंबर सवाल दे विच आपां नूं पुछिया गया निरंतर जां चिर स्थाई विकास किवें प्राप्त हुंदा है। हाँ जी, गल हो रही है सस्टेनेबल डिवेलपमेंट की। जिहड़ा निरंतर चिर स्थाई जां सस्टेनेबल जिहड़ा डिवेलपमेंट है वो 3 गल्लां ते जोर दिंदा है, ध्यान रख लेना, बहुत इंपोर्टेंट है। पहला तां कुदरती साधनां दी आपां संयम नाल वरतों करनी है, ठीक है जी, जानी कि शोषण नहीं करना कुदरती साधनों का। दूसरा है वातावरण को मुक्त, फ्री फ्रॉम पोल्यूशन करना है, फ्री फ्रॉम पोल्यूशन, ठीक है, वातावरण मुक्त। तो तीसरा जड़ियाँ हैगियां वो भविख की पीढ़ी की भी चिंता करता है कि सारे साधनों की वरतों आपां हुण ही नहीं करनी गी, आने वाली जी भविख की पीढ़ी के लिए भी जोड़े साधन छड्ड के जाने हैं, ठीक है। इन 3 गल्लां ते ज़्यादा फोकस करता है। देखते हैं की है, साधनों की उचित वरतों नाल बिल्कुल सही है, जनसंख्या के काबू ये भी बिल्कुल सही है। वो कहते जनसंख्या के काबू करांगे फिर ही भविख की पीढ़ी के लिए जोड़े साधन बचणगे। प्रदूषण के काबू बिल्कुल सही है, वातावरण की साम्भ संभाल जोर दिंदा। उपरोक्त सारे सवाल का राइट आंसर बनेगा ऑप्शन नंबर डी, उपरोक्त सारे। नैक्सट है जी सवाल नंबर अपने को है 18। 18 नंबर सवाल के आपां नूं असरशन ते रीजन दी गई है। बेकारी ते गरीबी नूं अलग नहीं किया जा सकता, नहीं किया जा सकता। सारियां समाजिक बुराइयां की मुढ़ली जड़ बेकारी भाव बेरोजगारी है, बिल्कुल सही है, आप पहला भी पढ़ चुके हैं। असरशन ते रीजन दोनों ठीक है, तो रीजन असरशन की सही व्याख्या करता है। सवाल का राइट आंसर बन जाएगा ऑप्शन नंबर ए। सवाल नंबर अपने को है जी नैक्सट 19 नंबर सवाल। ये आपां नूं पुछया गया है ये लिखियां विचों किहड़े सह संबंध की किस्म नहीं है। धनात्मक ते ऋणात्मक सह संबंध ये भी किस्म है, रेखिक ते अरेखिक लीनियर ते नॉन लीनियर ये भी हुंदा है जी, सधारण सिंपल ते मल्टीपल बहुपक्षी ये भी हुंदा है जी। कारण ते प्रभाव इस प्रकार का कोई सह संबंध की टाइप नहीं पाई जाती। इसका उत्तर बन जाएगा ऑप्शन नंबर डी। नैक्सट है जी अपने को सवाल नंबर 20। ये आपां नूं कीमत सूचकांक विच वर्तमान उत्पादन नहीं हुंदा, वर्तमान उत्पादन की जगह ते शायद मात्रा आउणा सी, गल कर रहे हैं Q1 नहीं हुंदा। ये दसना आपां किहड़े फार्मूले च नहीं हुंदा। लास्ट ईयर है जिहड़ा, लास्ट ईयर है जिहड़ा वो भविख ते Q0 ते जोर दिंदा है, ठीक है। जो आप फार्मूला लिखांगे समीशन P0 P1 ते Q0 ते Q0, ठीक है। इत्थे Q0 आ रहा है, ये लास्ट ईयर का फार्मूला है, ठीक है जी। उहदे विच जिहड़ा है वर्तमान मात्रा नहीं हुंदी। इस सवाल का राइट आंसर ऑप्शन नंबर ए बनेगा, ठीक है जी। इस तरीके के नाल ये जिहड़े 20 सवाल आपां सॉल्व कीते हैं, इस उम्मीद नाल कि तुहानूं सारे बच्चों नूं समझ विच आए होणगे। इस तरीके नाल ये वीडियो अपने यारां दोस्तां मित्रां दे विच शेयर कर दिओ तां जो वध तों वध तुहाडे यार दोस्त मित्र ते तुसीं आप इस वीडियो तो वध तों वध लाभ प्राप्त कर सको, ठीक है जी। अज इत्थे ही इस सैशन नूं खत्म करदे हां। बहुत बहुत धन्नवाद।